ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਹਉ ਆਇਆ ਦੂਰੋਂ ਚਲ ਕੈ, ਮੈਂ ਤੱਕੀ ਤਉ ਸਰਣਾਈ ਜਿਉ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁਖ ਗਵਾਏ ਜਿਉ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਇਹ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕਾ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਸ ਵਿਸੰਵਰ ਏਕਾ, ਨਾਮ ਜਪਤ ਅਗਨਤ ਅਨੇਕਾ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਗੁਰੂ ਗਰੀਬ ਨਿਵਾਜ। ਟੋਡੀ ਮਹੱਲਾ ਪੰਜਵਾ। ਪ੍ਰਭ ਜੀ ਮਿਲ ਮੇਰੇ ਪ੍ਰਾਨ, ਬਿਸਰ ਨਹੀਂ ਨਿਮਖ ਹੀਅਰ ਤੇ। ਆਪਣੇ ਭਗਤ ਕੋ ਪੂਰਨ ਦਾਨ। ਪ੍ਰਭ ਜੀ ਮਿਲ ਮੇਰੇ ਪ੍ਰਾਨ, ਬਿਸਰ ਨਹੀਂ ਨਿਮਖ ਹੀਅਰ ਤੇ। ਆਪਣੇ ਭਗਤ ਕੋ ਪੂਰਨ ਦਾਨ। ਰਹਾਉ ਖੋਬੋ ਭਰਮ ਰਾਖ ਮੇਰੇ ਪ੍ਰੀਤਮ, ਅੰਤਰਜਾਮੀ ਸੁਗੜ ਸੁਜਾਨ। ਕੋਟ ਰਾਜ ਨਾਮ ਧਨ ਮੇਰਾ, ਅੰਮ੍ਰਿਤ ਦ੍ਰਿਸ਼ਟ ਤਰੋ ਪ੍ਰਭ ਮਾਨ। ਆਠ ਪਹਿਰ ਰਸਨਾ ਗੁਣ ਗਾਵੈ, ਜਸ ਪੂਰ ਅਗਾਵੈ ਸਮਰਥ ਕਾਨ। ਤੇਰੀ ਸਰਣ ਜੀਵਨ ਕੇ ਦਾਤੇ, ਸਦਾ ਸਦਾ ਨਾਨਕ ਕੁਰਬਾਨ। ਆਠ ਪਹਿਰ ਰਸਨਾ ਗੁਣ ਗਾਵੈ,
ਜਸ ਪੂਰ ਆਗਾਵੈ ਸਮਰੱਥ ਕਾਨ। ਤੇਰੀ ਸਰਣ ਜੀਵਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ। ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਜੀ ਪਰਮ ਸਤਿਕਾਰਯੋਗ ਗੁਰੂ ਨਾਨਕ ਨਾਮ ਲੇਵਾ। ਗੁਰੂ ਕੀ ਸਾਜੀ ਨਿਵਾਜੀ। ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ। ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ, ਸੇਵਾ ਸਿਮਰਨ ਕਰ। ਸਤਿਗੁਰਾਂ ਦੇ ਦਰ ਦਰਬਾਰ ਦੀ ਸ਼ੋਭਾ ਵਧਾਉਂਦੇ ਹੋ ਅਤੇ ਜਗਤ ਗੁਰੂ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਆਓ ਸਮੂਹ ਸੰਗਤ ਗੁਰੂ ਚਰਨਾਂ ਦਾ ਧਿਆਨ ਧਰ ਕੇ ਆਪਣੀ ਮੁਬਾਰਕ ਰਸਨਾ ਨੂੰ ਪਵਿੱਤਰ ਕਰੀਏ। ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਬਿਸਰ ਨਾਹੀ ਦਾਤਾ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏਓ। ਹੇ ਦਾਤਾਰ ਪਾਤਸ਼ਾਹ, ਆਪ ਜੀ ਨੇ ਕਿਰਪਾ ਕਰਨੀ, ਸਾਨੂੰ ਸ਼ੁਭ ਮਤ ਬਖਸ਼ਿਓ। ਅਸੀਂ ਅੰਮ੍ਰਿਤਮਈ ਬਾਣੀ ਆਪ ਜੀ ਦੀ ਗੋਦ ਵਿੱਚ ਬਹਿ ਕਰਕੇ ਇਹਨਾਂ ਸਰਵਣਾ ਕੰਨਾਂ ਦੇ ਨਾਲ ਸੁਣ ਕਰਕੇ ਆਪਣੇ ਹਿਰਦੇ ਵਿੱਚ ਵਸਾ ਲਈਏ। ਤੇ ਦੂਸਰੀ ਕਿਰਪਾ ਕਰਿਓ ਪਾਤਸ਼ਾਹ, ਇਹ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ 'ਤੇ ਵਸਾਇਓ। ਇਸ ਬਾਣੀ ਦਾ ਫਲ ਸਵਰੂਪ ਜਿਤਨੇ ਵੀ ਆਪ ਜੀ ਕੇ ਸੇਵਕ ਸਿੱਖ ਆਪ ਜੀ ਦੀ ਸੇਵਾ ਅਤੇ ਸਿਮਰਨ ਭਜਨ ਬੰਦਗੀ ਕਰਨ ਵਾਲੇ ਸਭ ਨੂੰ ਬਖਸ਼ਿਸ਼ ਕਰਿਓ। ਆਪਾਂ ਨਿਤਨੇਮ ਤੋਂ ਬਾਅਦ
ਪਾਵਨ ਗੁਰ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਜੋ ਜੀਵਨ ਇਤਿਹਾਸ ਹੈ, ਦਸਮ ਚਮਤਕਾਰ ਦੇ ਵਿੱਚੋਂ ਸਰਵਣ ਕਰ ਰਹੇ ਹੋ। ਉਸ ਤੋਂ ਉਪਰੰਤ ਅੱਧਾ ਘੰਟਾ ਸਮਾਂ ਹੁਕਮਨਾਮਾ ਸਾਹਿਬ ਦੀ ਵਿਚਾਰ ਦਾ ਹੁੰਦਾ ਹੈ। ਇਸ ਕਰਕੇ ਬੇਨਤੀ ਹੈ ਸਰਬੱਤ ਸੰਗਤ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਬਖਸ਼ੇ ਹੋਏ ਸਾਡੇ ਕੋਲ 24 ਘੰਟੇ ਹੈ। 24 ਘੰਟਿਆਂ ਦੇ ਵਿੱਚੋਂ ਕੋਈ ਅੱਧਾ ਘੰਟਾ 35 ਮਿੰਟ 40 ਮਿੰਟ ਜਿਤਨਾ ਕੋਈ ਸਮਾਂ ਗੁਰੂ ਸਾਹਿਬ ਦੀ ਕਿਰਪਾ ਦੇ ਅਨੁਸਾਰ ਨਿਕਲਦਾ ਹੈ ਆਪਣੇ ਜੀਵਨ ਦੇ ਵਿੱਚੋਂ, ਓਨਾ ਕੁ ਸਮਾਂ ਕੱਢ ਕਰਕੇ ਅਸੀਂ ਜ਼ਰੂਰ ਗੁਰੂ ਘਰ ਪਹੁੰਚਿਆ ਕਰੀਏ। ਸੰਗਤ ਜੀ, ਗੁਰੂ ਘਰ ਆਉਣਾ, ਗੁਰੂ ਕੀ ਕਥਾ ਇਤਿਹਾਸ ਸਰਵਣ ਕਰਨਾ, ਆਪਣੇ ਧਰਮ ਤੋਂ ਆਪਣੇ ਕਰਮ ਤੋਂ ਜਾਣੂ ਹੋਣਾ, ਗੁਰੂ ਦੀ ਸੋਭਾ ਵਡਿਆਈ ਸੁਣ ਕੇ ਆਪਣੇ ਜੀਵਨ ਦੇ ਵਿੱਚ ਬਦਲਾਵ ਲਿਆਉਣਾ, ਇਸੇ ਨੂੰ ਗੁਰੂ ਸਾਹਿਬ ਕਹਿੰਦੇ ਨੇ, ਗਾਵਿਆ ਸੁਣਿਆ ਤਿਨ ਕਾ ਸਫਲ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੈ। ਜਦੋਂ ਅਸੀਂ ਇਸ ਰਸਨਾ ਦੇ ਨਾਲ ਗਾਵਾਂਗੇ, ਕੰਨਾਂ ਦੇ ਨਾਲ ਸੁਣਾਂਗੇ, ਤਾਂ ਕੋਈ ਨਾ ਕੋਈ ਇੱਕ ਅੱਧ ਸ਼ਬਦ ਜੀਵਨ ਦੇ ਵਿੱਚ ਘਰ ਕਰ ਜਾਂਦਾ ਅਤੇ ਜੀਵਨ ਕਦੋਂ ਬਦਲ ਜਾਏ, ਕਦੋਂ ਇਸ ਜੀਵਨ ਦੇ ਵਿੱਚੋਂ ਮੰਦੜੀ ਸੋਚ ਮਿਟ ਜਾਏ ਅਤੇ ਚੰਗੇਰੀ ਸੋਚ ਦਾ ਜਨਮ ਹੋ ਜਾਏ। ਇਹ ਵੱਲ ਗੁਰਬਾਣੀ ਦੇ ਵਿੱਚੋਂ ਮਿਲਣਾ ਹੈ। ਇਹ ਤਾਕਤ, ਇਹ ਤਾਣ ਗੁਰਬਾਣੀ ਦੇ ਵਿੱਚੋਂ ਮਿਲਣਾ ਹੈ। ਆਓ ਗੁਰਮਤਿ ਵਿਚਾਰਾਂ ਆਰੰਭ ਕਰੀਏ। ਦੂਰ ਨੇੜ ਬੈਠੇ ਗੁਰੂ ਪਿਆਰ ਵਾਲਿਓ, ਧਰੋ ਸਤਿਗੁਰਾਂ ਦੇ ਚਰਨਾਂ ਦਾ ਧਿਆਨ, ਆਪਣੀ ਮੁਬਾਰਕ ਰਸਨਾ ਪਵਿੱਤਰ ਕਰੀਏ। ਗੁਰੂ ਸਾਹਿਬ ਦੀ ਖੁਸ਼ੀ ਇਸੇ ਵਿੱਚ ਹੈ, ਜਦੋਂ ਗੁਰੂ ਦਾ ਸਿਮਰਨ ਸਿੱਖ ਦੋਨੋਂ ਹੱਥ ਜੋੜ ਕੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਖੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਹ ਗੱਲ ਮੈਂ ਅਕਸਰ ਪਹਿਲਾਂ ਵੀ ਕਥਾ ਦੇ ਵਿੱਚ ਵਿਚਾਰਦਾ ਹੁੰਦਾ। ਸਿੱਖ ਦਾ ਫਰਜ਼ ਹੈ ਪੂਰੇ ਤੌਰ 'ਤੇ ਫਤਿਹ ਨੂੰ ਗਜਾਵੇ। ਪੂਰੇ ਤੌਰ 'ਤੇ ਗਜਾਉਣ ਤੋਂ ਭਾਵ ਹੈ ਵੀ ਗੱਜ ਵੱਜ ਕੇ ਹੀ ਪੂਰੀ ਫਤਿਹ ਬੁਲਾਵੇ, ਇਕੱਲਾ ਖਾਲਸਾ ਫਤਿਹ ਨਹੀਂ, ਜਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਨਹੀਂ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ, ਭਾਵ ਪੂਰੇ ਸਤਿਕਾਰ ਅਦਬ ਦੇ ਨਾਲ। ਜਿੱਥੇ ਅਸੀਂ 2 ਸ਼ਬਦ ਬੋਲਦੇ ਹਾਂ, ਉੱਥੇ 2 ਨਾਲ ਹੋਰ ਬੋਲ ਲਵਾਂਗੇ। ਕੋਈ ਇਹ ਜੀਵਾ ਨੇ ਘਸ ਨਹੀਂ ਜਾਣਾ। ਜ਼ੁਬਾਨ ਨੇ ਕਿਸੇ ਗੱਲ ਦਾ ਕੋਈ ਘਾਟਾ ਥੋੜ੍ਹਾ ਪੈ ਜਾਣਾ। ਜਿੱਥੇ ਹੋਰ ਦੁਨੀਆਦਾਰੀ ਦੀਆਂ ਗੱਲਾਂ ਕਰਕੇ ਸਮਾਂ ਬੀਤ ਜਾਂਦਾ, ਉੱਥੇ ਇੰਨਾ ਕੁ ਧਿਆਨ ਅਸੀਂ ਇਸ ਪਾਸੇ ਵੀ ਦਿਆ ਕਰੀਏ। ਗੁਰੂ ਘਰ ਆਉਣ ਦਾ ਤਾਂ ਹੀ ਲਾਭ ਹੈ ਜੇ ਇੱਥੋਂ ਅਸੀਂ ਕੁਝ ਸਿੱਖ ਕੇ ਜਾਈਏ। ਇਹ ਸਿੱਖਣ ਦੇ ਕੇਂਦਰ ਨੇ। ਇੱਥੇ ਆ ਕੇ ਬਹਿਣਾ, ਇਕਾਗਰ ਚਿੱਤ ਹੋ ਕੇ ਆਪਣਾ ਮਨ ਚਿੱਤ ਗੁਰੂ ਚਰਨਾਂ ਵਿੱਚ ਜੋੜ ਲੈਣਾ, ਤਾਂ ਹੌਲੀ ਹੌਲੀ ਬੰਦਾ ਪੌੜੀ ਪੌੜੀ ਕਰਕੇ ਕੋਠੇ ਚੜ੍ਹ ਜਾਂਦਾ, ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ। ਕਦਮ ਕਦਮ ਚੱਲੀਏ ਤਾਂ ਕਿਸੇ ਮੰਜ਼ਿਲ 'ਤੇ ਮਨੁੱਖ ਜ਼ਰੂਰ ਪਹੁੰਚ ਜਾਂਦਾ, ਪਰ ਅਸਲ ਦੇ ਵਿੱਚ ਮੰਜ਼ਿਲ ਦਾ ਪਤਾ ਹੋਵੇ ਵੀ ਅਸੀਂ ਜਾਣਾ ਕਿੱਥੇ ਹੈ। ਹੁਣ ਕੋਈ ਰਾਹੀ ਰਾਹ ਚੱਲ ਪਵੇ, ਉਹਨੂੰ ਪਤਾ ਨਹੀਂ ਮੇਰਾ ਟਿਕਾਣਾ ਕਿਹੜਾ। ਉਹ ਕਿੰਨੇ ਹੀ ਚੰਗੇ ਤੋਂ ਚੰਗੇ ਰਸਤੇ ਦਾ ਸਫ਼ਰ ਕਰ ਲਵੇ,
ਜਿੰਨਾ ਮਰਜੀ ਤੇਜ਼ ਚੱਲ ਪਵੇ, ਜਿੰਨਾ ਮਰਜੀ ਵਿਸਰਾਮ ਕਰ ਲਵੇ, ਰਾਹ ਦੇ ਵਿੱਚ ਆਪਣੀ ਥਕਾਵਟ ਉਤਾਰ ਲਵੇ, ਭਾਵ ਸਭ ਕੁਝ ਆਪਣੇ ਜੀਵਨ ਦੇ ਵਿੱਚ ਕਰਕੇ ਵੇਖ ਲਵੇ। ਜੇਕਰ ਆਪਣੀ ਮੰਜ਼ਿਲ ਦਾ ਨਹੀਂ ਪਤਾ ਤਾਂ ਉਹਦਾ ਇਹ ਸਾਰਾ ਸਫ਼ਰ ਕੀਤਾ ਵਿਅਰਥ ਹੈ। ਅਸੀਂ ਗੁਰੂ ਘਰ ਆਉਂਦੇ ਹਾਂ, ਸਾਲਾਂ ਬੱਧੀ ਇਹਨਾਂ ਗੁਰੂ ਘਰਾਂ ਨੂੰ ਜਨਮ ਦਿੱਤਾ, ਬਣਾਇਆ, ਬੜੀ ਮਿਹਨਤ ਮਸ਼ੱਕਤ ਕੀਤੀ ਹੈ ਇਸ ਵਾਸਤੇ ਕਿ ਇੱਥੇ 10 ਮਿੰਟ ਕੋਈ ਬੈਠੇ ਅਤੇ ਵਿਕਾਸ ਵਿੱਚ ਚਲਿਆ ਜਾਵੇ, ਉਹਨੂੰ ਆਨੰਦ ਸੁੱਖ ਮਿਲੇ, ਆਤਮਾ ਦਾ ਪਰਮਾਤਮਾ ਦੇ ਨਾਲ ਰਿਸ਼ਤਾ ਬਣੇ। ਆਤਮਾ ਦਾ ਪਰਮਾਤਮਾ ਦੇ ਨਾਲ ਰਿਸ਼ਤਾ ਹੈ ਅਤੇ ਆਤਮਾ ਇਹ ਮਨ ਸੰਸਾਰ ਵਿੱਚ ਆਉਂਦਿਆਂ ਵਹਿਮਾਂ ਭਰਮਾਂ ਭਟਕਣਾ ਇਤਿਆਦਿਕ ਬਹੁਤ ਸਾਰੇ ਰੁਝੇਵਿਆਂ ਦੇ ਵਿੱਚ ਰੁੱਝ ਕੇ ਰਹਿ ਗਿਆ। ਕਲਯੁਗੀ ਸਮੇਂ ਦੇ ਵਿੱਚ ਕੁਝ ਸਮਾਂ ਸਤ ਸੰਗਤ ਦਾ ਜਿਹਨੂੰ ਮਿਲ ਜਾਂਦਾ ਹੈ ਤਾਂ ਸੰਗਤ ਜੀ ਉਹ ਵੱਡੜੇ ਭਾਗਾਂ ਵਾਲਾ ਹੈ। ਆਓ ਗੁਰੂ ਸਾਹਿਬ ਕੀ ਬਖਸ਼ਿਸ਼ ਕਰਦੇ ਨੇ। ਫਿਰ ਸਿਮਰਨ ਦਾ ਸਮਾਂ ਹੋ ਜਾਂਦਾ। ਸੰਗਤ ਨੂੰ ਬੇਨਤੀ ਹੈ ਵੀ ਥੋੜ੍ਹੀ ਜਿਹੀ ਖੇਚਲ ਨਾਲ ਕੁਝ ਕੁ ਦਿਨਾਂ ਦੀ ਗੱਲ ਅਤੇ ਹਾਜ਼ਰੀ ਜ਼ਰੂਰ ਸਿਮਰਨ ਦੇ ਵਿੱਚ, ਅਰਦਾਸ ਦੇ ਵਿੱਚ ਲਵਾ ਲਿਆ ਕਰੋ। ਗੁਰੂ ਸਾਹਿਬ ਦੀ ਬਖਸ਼ਿਸ਼ ਅੱਜ ਦੇ ਹੁਕਮਨਾਮਾ 716 ਅੰਗ ਤੇ ਰਾਗ ਟੋਡੀ ਪਾਤਸ਼ਾਹੀ ਪੰਜਵੀਂ ਗੁਰੂ ਅਰਜਨ ਦੇਵ ਜੀ ਮਹਾਰਾਜ। ਵਾਹਿਗੁਰੂ ਜੀ। ਟੋਡੀ ਮਹੱਲਾ ਪੰਜਵਾ। ਪ੍ਰਭ ਜੀ ਮਿਲ ਮੇਰੇ ਪ੍ਰਾਨ, ਵਿਸਰ ਨਹੀਂ ਨਿਮਖ ਹੀਰ ਤੇ, ਆਪਣੀ ਭਗਤ ਕਉ ਪੂਰਨ ਦਾਨ। ਪ੍ਰਭ ਜੀ ਮਿਲ ਮੇਰੇ ਪ੍ਰਾਨ। ਅਰਦਾਸ ਰੂਪ ਪੰਗਤੀ ਹੈ। ਉਸ ਪਰਮ ਪਿਤਾ ਪਰਮਾਤਮਾ ਦੇ ਅੱਗੇ ਸੇਵਕ ਦੀ ਅਰਜ਼ੋਈ ਹੈ, ਹੇ ਮੇਰੇ ਪ੍ਰਾਣਾਂ ਦੇ ਮਾਲਕ ਪ੍ਰਭ ਜੀ, ਐ ਪ੍ਰਮਾਤਮਾ ਜੀ, ਐ ਅੰਤਰਜਾਮੀ ਜਗਤ ਦੇ ਰੱਖਿਅਕ ਮਾਲਕ ਪਰਮ ਪਿਤਾ ਪਰਮਾਤਮਾ, ਮੈਂ ਆਪ ਜੀ ਤੋਂ ਬੜੇ ਸਮੇਂ ਦਾ ਵਿਛੋੜਾ ਖਾ ਕੇ 84 ਲੱਖ ਜੂਨ ਭੋਗ ਲਈ। ਅੰਡਜ ਜੇਰਜ ਸੇਤਜ ਉਤਭੁਜ 4 ਖਾਣੀਆਂ ਦੇ ਰਾਹੀਂ ਆਪਣੇ ਜੀਵਨ ਦਾ ਭ੍ਰਮਣ ਕਰਦਾ ਰਿਹਾ। ਕਦੇ ਕੀਟ ਪਤੰਗ, ਕਦੇ ਕੁਝ ਆਪਣੇ ਜੀਵਨ ਦੇ ਵਿੱਚ ਬਣਦਾ ਰਿਹਾ। ਪਰ ਸਤਿਗੁਰੂ ਜੀ ਆਪ ਜੀ ਦੀ ਦਿਆਲਤਾ ਹੋਈ। ਆਪ ਜੀ ਨੇ ਇਹ ਮਨੁੱਖੀ ਦੇ ਮਾਨਸ ਜਨਮ ਦੁਲੰਭ ਹੈ, ਬੜਾ ਹੀ ਕੀਮਤੀ ਹੈ ਜੀਵਨ, ਅਤੇ ਜਿਹਦੇ ਬਾਬਤ ਨਾਲ ਇਹ ਵੀ ਕਿਹਾ ਭਗਤ ਜੀਆਂ ਨੇ, ਹੋਏ ਨਾ ਬਾਰ-ਬਾਰ ਮਨੁੱਖਾ ਦੇਹੀ ਨਹੀਂ ਮਿਲਦੀ। ਜਿਉਂ ਬੰਨ ਫਲ ਪਾਕੇ, ਜਿਵੇਂ ਟਾਹਣੀਆਂ ਟੁੱਟੇ ਫੁੱਲ ਫਲ ਡਿੱਗ ਜਾਣ, ਰੁੱਖ ਨਾਲੋਂ ਟਾਹਣੀਆਂ ਟੁੱਟ ਜਾਣ, ਬੋਹਰ ਨਾ ਲਾਗੇ ਡਾਰ, ਟੁੱਟੇ ਹੋਏ ਫਲ ਫੁੱਲ ਅਤੇ ਟਾਹਣੀਆਂ ਦੁਆਰਾ ਉਸ ਰੁੱਖ ਨਾਲ ਨਹੀਂ ਲੱਗਦੀਆਂ। ਇਸੇ ਤਰ੍ਹਾਂ ਪੌੜੀ ਛੁਡਕੀ ਹਾਥ ਨਾ ਆਵੈ, ਅਹਿਲਾ ਜਨਮ ਗਵਾਇਆ। ਜੇ ਇਸ ਜੀਵਨ ਦੇ ਵਿੱਚ ਵੀ ਬੰਦਗੀ ਨਾ ਕਰ ਸਕੇ, ਗੁਰੂ ਚਰਨਾਂ ਵਿੱਚ ਨਾ ਜੁੜ ਸਕੇ, ਸੰਗਤ ਜੀ ਫੇਰ ਪਤਾ ਨਹੀਂ ਇਹ ਮੌਕਾ ਮਿਲਣਾ ਕਿ ਨਹੀਂ ਮਿਲਣਾ। ਇਸੇ ਜੀਵਨ ਦੇ ਵਿੱਚ ਅਰਦਾਸ ਕਰੋ, ਪ੍ਰਭ ਜੀ ਮਿਲ ਮੇਰੇ ਪ੍ਰਾਣ, ਐ ਮੇਰੇ ਪ੍ਰਾਣਾਂ ਦੇ ਮਾਲਕ ਤੂੰ ਮੈਨੂੰ ਮਿਲ। ਪ੍ਰਾਣਾਂ ਦਾ ਮਾਲਕ ਉਹ ਪਰਮਾਤਮਾ ਆਪ ਹੈ, ਉਸਨੇ ਇਹ ਪ੍ਰਾਣ ਦਿੱਤੇ ਹੈ ਅਤੇ ਉਹੀ ਇਹ ਪ੍ਰਾਣਾਂ ਨੂੰ ਵਾਪਸ ਲੈ ਸਕਦਾ ਹੈ।
ਕਦੋਂ ਲੈ ਲਏ ਇਹ ਉਹ ਜਾਣਦਾ ਹੈ। ਅਸੀਂ ਤੇ ਇੱਕ ਮੰਜ਼ਿਲਾਂ ਤੈਅ ਕਰਨ ਵਾਲੇ ਹਾਂ, ਰਸਤੇ 'ਤੇ ਚੱਲਣ ਵਾਲੇ ਹਾਂ। ਮੰਜ਼ਿਲ 'ਤੇ ਪਹੁੰਚੀਏ ਨਾ ਪਹੁੰਚੀਏ, ਕਦੋਂ ਉਸ ਪਰਮਾਤਮਾ ਨੇ ਇਸ ਜੀਵਨ ਦਾ ਅੰਤ ਕਰ ਦੇਣਾ। ਫਿਰ ਹੰਕਾਰ ਕਿਹੜੀ ਗੱਲ ਦਾ, ਮਾਣ ਕਿਹੜੀ ਗੱਲ ਦਾ, ਘਮੰਡ ਕਿਹੜੀ ਗੱਲ ਦਾ। ਇਸ ਦੁਨੀਆ 'ਤੇ ਧਨਾੜ ਤੋਂ ਧਨਾੜ ਪਏ ਨੇ, ਜਿਨ੍ਹਾਂ ਕੋਲ ਧਨ ਦੀ ਕੋਈ ਕਮੀ ਨਹੀਂ। ਇੱਥੋਂ ਤੱਕ ਕਹਿ ਸਕਦੇ ਉਹਨਾਂ ਨੂੰ ਆਪਣਾ ਧਨ ਯਾਦ ਨਹੀਂ ਵੀ ਕਿੱਥੇ ਕਿੱਥੇ ਪਿਆ। ਤੇ ਬਹੁਤੇ ਧਨ ਦੀ ਭੁੱਖ ਨੇ ਮਾਪਿਆਂ ਦੇ ਨਾਲੋਂ ਦੂਰ ਕੀਤੇ। ਮਾਪਿਆਂ ਦਾ ਅੰਤ ਸਮਾਂ ਆ ਗਿਆ, ਜੀਵਨ ਖਤਮ ਹੋ ਗਿਆ। ਉਹਨਾਂ ਨੂੰ ਨਹੀਂ ਪਤਾ ਸਾਡੇ ਮਾਪਿਆਂ ਦਾ ਸੰਸਕਾਰ ਹੋਇਆ ਜਾਂ ਨਹੀਂ ਹੋਇਆ। ਇਹ ਤੇ ਆਪ ਜੀ ਨੇ ਵੀ ਪੜ੍ਹਿਆ ਹੋਣਾ, ਦਿੱਲੀ ਦੇ ਵਿੱਚ ਹੀ ਕਾਫੀ ਪ੍ਰਾਪਰਟੀ ਸੀ ਉਹ ਸੇਠ ਦੀ, ਪਰ ਵਿਦੇਸ਼ ਦੇ ਵਿੱਚ ਵੀ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ। ਉਹਨੇ ਕੇਵਲ ਜ਼ਿੰਦਗੀ ਦਾ ਟੀਚਾ ਇਹ ਬਣਾਇਆ ਵੀ ਮੈਂ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਬਣਾ। ਆਪਣੇ ਮਹਿਲ ਬੰਗਲੇ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਛੱਡ ਗਿਆ ਸੀ। ਪਿਤਾ ਚੜ੍ਹਾਈ ਕਰ ਗਿਆ, ਕੋਈ ਪਤਾ ਨਹੀਂ, ਜੇ ਪਤਾ ਵੀ ਤੇ ਮੈਂ ਆ ਨਹੀਂ ਸਕਦਾ, ਮਜਬੂਰੀ ਹੈ। ਮਾਂ ਉਡੀਕਾਂ ਕਰਦੀ ਰਹੀ ਪੁੱਤਰ ਵਾਪਸ ਪਰਤੇਗਾ। ਮੈਂ ਆਪਣੇ ਦਿਲ ਦੀਆਂ ਸਾਰੀਆਂ, ਮਾਂ ਗਰੀਬ ਦੀ ਹੋਵੇ ਤੇ ਮਾਂ ਅਮੀਰ ਦੀ ਹੋਵੇ, ਮਮਤਾ ਬਰਾਬਰੀ ਹੈ। ਮਾਵਾਂ ਨੂੰ ਪੁੱਤਰ, ਮਾਪਿਆਂ ਨੂੰ ਪੁੱਤਰ ਪਿਆਰੇ ਹੀ ਹੁੰਦੇ ਨੇ, ਔਲਾਦ ਪਿਆਰੀ ਹੁੰਦੀ ਹੈ। ਤਾਂ ਹੀ ਕਿ ਸਿਆਣੇ ਨੇ ਕਿਹਾ ਪੁੱਤ ਕਪੁੱਤ ਹੋ ਜਾਂਦੇ ਆ ਪਰ ਮਾਪੇ ਮਾਪੇ ਹੀ ਰਹਿੰਦੇ ਨੇ। ਤਾਂ ਸੰਗਤ ਜੀ ਉਸ ਮਾਂ ਦਾ ਨਾ ਕਹਿੰਦੇ ਅੰਤ ਹੋ ਗਿਆ। ਤੇ ਸੁੰਨੇ ਘਰਾਂ ਦੇ ਕੋਈ ਚੰਗੇ ਹਾਲਾਤ ਨਹੀਂ ਹੁੰਦੇ। ਇੱਟਾਂ ਤੋਂ ਵੀ ਆਪਣੇ ਆਪ ਬੂਰ ਬਣ ਡਿੱਗਣਾ ਸ਼ੁਰੂ ਹੋ ਜਾਂਦਾ ਹੈ। ਤੇ ਉਸ ਮਾਂ ਨੇ ਅੰਦਰੋਂ ਦਰਵਾਜ਼ਾ ਤੇ ਲਾ ਲਿਆ ਕਿ ਪਰਮਾਤਮਾ ਦੇ ਘਰੋਂ ਹੁਕਮ ਹੋਇਆ ਤੇ ਸਰੀਰ ਦੇ ਵਿੱਚੋਂ ਜਿੰਦ ਨਿਕਲ ਗਈ। ਕਿਸੇ ਨੂੰ ਕੀ ਪਤਾ ਵੀ ਇਹ ਐਡੇ ਮਾਲੇ ਦੀ ਮਾਲਕ, ਇਸ ਬੰਗਲੇ ਦੀ ਮਾਲਕ ਹੈ ਕਿੱਥੇ। ਅੰਦਰ ਪਈ ਹੌਲੀ ਹੌਲੀ ਉਸ ਮ੍ਰਿਤਕ ਸਰੀਰ ਨੂੰ ਕੀੜਿਆਂ ਨੇ ਖਾ ਲਿਆ, ਕੇਵਲ ਪਿੰਜਰ ਰਹਿ ਗਿਆ। ਜਦੋਂ ਕਈ ਸਾਲਾਂ ਬਾਅਦ ਉਸ ਮਾਂ ਦਾ ਇਕਲੌਤਾ ਪੁੱਤਰ ਘਰ ਪਰਤਿਆ, ਆਂਢ ਗੁਆਂਢ ਦੇ ਵਿੱਚ ਪੁੱਛਦਾ ਮਾਤਾ। ਹੁਣ ਆਂਢ ਗੁਆਂਢ ਕਹਿੰਦਾ ਸਾਨੂੰ ਤੇ ਪਤਾ ਨਹੀਂ, ਦੱਸਿਆ ਹੀ ਨਹੀਂ ਮਾਤਾ ਨੇ ਕਿਤੇ, ਅਸੀਂ ਤੇ ਸੋਚਿਆ ਤੇਰੇ ਕੋਲ ਚਲੀ ਗਈ। ਕਹਿੰਦਾ ਨਹੀਂ, ਕੰਮਾਂ ਦੇ ਵਿੱਚ ਹੀ ਇੰਨੇ ਬਿਜੀ ਹੋ ਜਾਈਦਾ, ਬਿਜ਼ਨਸ ਹੀ ਉੱਧਰ ਬਹੁਤ ਤਕੜਾ ਕਰ ਰੱਖਿਆ, ਵੇਲ ਹੀ ਨਹੀਂ ਮਿਲਦੀ। ਫਿਰ ਕੁਝ ਕੁ ਲੋਕਾਂ ਨੇ ਲਾਹਣਤਾਂ ਪਾਈਆਂ, ਕੀ ਤੇਰੇ ਜੰਮਣ ਬਿਨਾਂ ਥੁੜਿਆ ਪਿਆ ਸੀ, ਜਿਹੜੇ ਬੰਦੇ ਨੂੰ ਆਪਣੇ ਮਾਂ ਬਾਪ ਪਿਤਾ ਵਾਸਤੇ ਵੇਲ ਨਹੀਂ। ਮਾਤਾ ਪਿਤਾ ਬੱਚੇ ਦੀ ਉਡੀਕ ਤੇ ਜਨਮ ਤੇ ਇੰਨਾ ਚਾਅ ਕਰਦੇ ਨੇ। ਮਾਂ ਬਹੁਤ ਵੱਡਾ ਦੁੱਖ ਸਹਾਰ ਕੇ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਤੇ ਉਮੀਦ ਇਹ ਹੁੰਦੀ ਹੈ ਵੀ ਅੱਗੇ ਇੱਕ ਤੇ ਸਾਡੀ ਵੰਸ਼ ਚੱਲੇ, ਤੇ ਦੂਸਰਾ ਜਦੋਂ ਅੱਜ ਅਸੀਂ ਇਹਨਾਂ ਦੀ ਉਂਗਲ ਫੜ ਕੇ ਇਹਨਾਂ ਨੂੰ ਚੱਲਣਾ ਸਿਖਾ ਰਹੇ ਹਾਂ ਤੇ ਕੱਲ੍ਹ ਬੁਢੇਪੇ ਵਿੱਚ ਸਾਡਾ ਹੱਥ ਇਹਨਾਂ ਦੇ ਮੋਢੇ 'ਤੇ ਹੋਵੇ। ਤੇ ਜਦੋਂ ਮਾਂ ਬਾਪ ਦਾ ਅੰਤ ਹੋਵੇ ਨਾ, ਸਰੀਰ ਦੇ ਵਿੱਚੋਂ ਜਾਨ ਨਿਕਲੇ, ਕਹਿੰਦੇ ਉਹ ਭਾਗਾਂ ਵਾਲੀ ਔਲਾਦ ਹੁੰਦੀ ਹੈ ਜਿਨ੍ਹਾਂ ਦੇ ਹੱਥਾਂ ਵਿੱਚ ਆਪਣੇ ਮਾਪਿਆਂ ਦੀ ਜਾਨ ਜਾਂਦੀ ਹੈ। ਤੇ ਕਰਜ਼ ਵੀ ਫਿਰ ਉਸ ਦੁੱਧ ਦਾ ਅਦਾ ਹੁੰਦਾ ਹੈ। ਤਾਂ ਸੰਗਤ ਜੀ ਜਦੋਂ ਬੂਹੇ ਖੋਲ੍ਹੇ ਖੰਡ ਤੋੜੇ ਤਾਂ ਉਸ ਕਮਰੇ ਦੇ ਵਿੱਚ ਬੇਹੱਦ ਗੰਦਗੀ। ਇੱਕ ਧਨਾੜ ਦੀ ਮਾਂ, ਅਮੀਰ ਦੀ ਮਾਂ, ਤੇ ਜਦੋਂ ਦੇਖਿਆ ਇੱਕ ਮੰਜੇ ਦੇ ਉੱਪਰ ਕਰੰਕ ਪਿਆ ਹੱਡੀਆਂ ਦਾ, ਭੋਬਾਂ ਨਿਕਲ ਗਈਆਂ। ਉਸੇ ਸਮੇਂ ਉਸ ਕਰੰਕ ਨੂੰ ਤੇ ਸੰਭਾਲ ਦਿੱਤਾ
ਪਰ ਮਾਂ ਦਾ ਪੁੱਤ ਫਿਰ ਬਹੁਤੇ ਦਿਨ ਦਿੱਲੀ ਦੇ ਵਿੱਚ ਨਹੀਂ ਰਿਹਾ। ਜੀਵਨ ਦੇ ਵਿੱਚ ਐਸੀ ਸੱਟ ਲੱਗੀ, ਉਹਨੇ ਆਪਣਾ ਦਿੱਲੀ ਵਾਲਾ ਕਾਰੋਬਾਰ ਵੇਚ ਕੇ 20 ਗਰੀਬਾਂ ਦੀਆਂ ਛੋਟੀਆਂ ਛੋਟੀਆਂ ਖੁੱਲੀਆਂ ਬਣਾ ਦਿੱਤੀਆਂ, ਛੋਟੇ ਛੋਟੇ ਕਮਰੇ। ਕਿਉਂ? ਆਪਣੇ ਪਾਪਾਂ ਦਾ ਪ੍ਰਾਸ਼ਚਿੱਤਾ ਹਰ ਕੋਈ ਕਰਨਾ ਚਾਹੁੰਦਾ ਹੈ। ਕਿਸੇ ਤੋਂ ਗਊ ਮਰ ਜਾਏ, ਅਗਲਾ ਕੋਈ ਨਾ ਕੋਈ ਪੁੰਨਦਾਨ ਜ਼ਰੂਰ ਕਰਦਾ ਵੀ ਪਾਪ ਹੋ ਗਿਆ। ਉਹਨੇ ਵੀ ਸੋਚਿਆ ਪਾਪ ਹੋਇਆ, ਜਿਹੜੀ ਇੰਡੀਅਨ ਜਾਇਦਾਦ ਹੈ ਉਹਨੂੰ ਵੇਚ ਵੱਟ ਕੇ ਗਰੀਬਾਂ ਦੇ ਨਾਮ ਲਵਾ ਕੇ ਲੋੜਵੰਦਾਂ ਨੂੰ ਘਰ ਬਣਾ ਕੇ ਦੇ ਕੇ ਆਪ ਫੇਰ ਆਪਣੇ ਉਸੇ ਸ਼ਹਿਰ ਵਿੱਚ ਜਾ ਵਸਿਆ। ਠੀਕ ਹੈ, ਦੁਨਿਆਵੀ ਤੌਰ 'ਤੇ ਪੈਸੇ ਦੀ ਲੋੜ ਹੈ, ਪਰ ਇੰਨਾ ਵੀ ਪੈਸੇ ਦੇ ਪਿੱਛੇ ਨਾ ਦੌੜੀਏ ਕਿ ਆਪਣੇ ਧਰਮ ਦੇ ਕਰਮ ਤੋਂ ਹੀ ਟੁੱਟ ਜਾਈਏ। ਇਸ ਦੁਨੀਆ ਵਿੱਚ ਐਸੇ ਵੀ ਸੰਸਕਾਰੀ ਬੱਚੇ ਨੇ ਜਿਹੜੇ ਮਾਪਿਆਂ ਦੀ ਅੰਮ੍ਰਿਤ ਵੇਲੇ ਉੱਠ ਕੇ ਸੇਵਾ ਸੰਭਾਲ ਕਰਦੇ ਨੇ, ਮੱਥਾ ਟੇਕ ਕੇ ਗੁਰੂ ਘਰ 'ਤੇ ਆਪਣੇ ਮਾਪਿਆਂ ਦੇ ਚਰਨਾਂ ਵਿੱਚ ਫੇਰ ਆਪਣੀ ਸਕੂਲ ਵੈਨ 'ਤੇ ਚੜ੍ਹਦੇ ਨੇ। ਉਹ ਵੀ ਇੱਕ ਸੰਸਕਾਰ ਹੈ। ਅਤੇ ਕਈ ਬੱਚੇ ਐਸੇ ਨੇ ਜਿਹੜੇ ਮਤਲਬ ਆਪਣੇ ਮਾਂ ਬਾਪ ਨੂੰ ਅਤੇ ਕੀ ਕਿਸੇ ਆਏ ਗਏ ਨੂੰ ਵੀ ਢੰਗ ਨਾਲ ਨਹੀਂ ਬੁਲਾਉਂਦੇ। ਇਹ ਵੀ ਸੰਸਕਾਰ ਹੈ। ਕਿਉਂ? ਘਰ ਦੇ ਵਿੱਚ ਜਿਹੋ ਜਿਹਾ ਵਰਤਾਵ ਹੋਵੇਗਾ, ਬੋਲਬਾਣੀ ਹੋਏਗੀ, ਉਹੋ ਜਿਹਾ ਬੱਚਾ ਜ਼ਿੰਦਗੀ ਦੇ ਵਿੱਚ ਸਿੱਖ ਲਵੇਗਾ। ਬੱਚੇ ਨੂੰ ਤੁਸੀਂ ਬਾਹਰ ਖੇਡਦਾ ਵੇਖ ਲਓ, ਉਹਦੀ ਬੋਲਬਾਣੀ ਦੱਸ ਦੇਵੇਗੀ ਇਹਦੇ ਘਰ ਵਿੱਚ ਕਿਸ ਤਰ੍ਹਾਂ ਦਾ ਬੋਲਬਾਣੀ ਚੱਲਦੀ ਹੈ, ਕਿਸ ਤਰ੍ਹਾਂ ਦਾ ਇਹਨਾਂ ਦੇ ਘਰ ਦਾ ਵਰਤਾਵ ਹੋਵੇਗਾ। ਜੇ ਅਸੀਂ ਕਹੀਏ ਨਾ ਬੱਚਾ ਚਿੜਚਿੜਾ ਤਾਂ ਕੋਈ ਨਾ ਕੋਈ ਕਾਰਨ ਵਿੱਚ ਜ਼ਰੂਰ ਹੁੰਦਾ, ਚਾਹੇ ਮਾਤਾ ਪਿਤਾ, ਕੋਈ ਘਰ ਦਾ ਜੀ ਐਸਾ ਹੁੰਦਾ ਜਿਹਦੇ ਨਾਲ ਉਹਦੀ ਰਚਕ ਹੈ ਅਤੇ ਉਸ ਤਰ੍ਹਾਂ ਦਾ ਹੀ ਉਹਦਾ ਸੁਭਾਅ ਹੋ ਜਾਂਦਾ ਹੈ। ਤਾਂ ਸੰਗਤ ਜੀ ਰਹੋ ਵਿਚਾਰ, ਗੁਰੂ ਚਰਨਾਂ ਵਿੱਚ ਅਰਦਾਸ, ਪ੍ਰਭ ਜੀ ਮਿਲ ਮੇਰੇ ਪ੍ਰਾਣ, ਐ ਮੇਰੇ ਪ੍ਰਾਣਾਂ ਦੇ ਮਾਲਕ ਮਿਲ। ਇਹ ਪ੍ਰਾਣਾਂ ਦਾ ਕੀ ਭਰੋਸਾ ਕਦੋਂ ਨਿਕਲ ਜਾਣ। ਬੰਦੇ ਦਾ ਮਾਣ ਹੈ, ਹੰਕਾਰ ਹੈ, ਮੈਂ ਧਨਾੜ ਹਾਂ, ਮੈਂ ਬਹੁਤ ਵੱਡਾ ਹਾਂ, ਪਰ ਮੌਤ ਸਭ ਨੂੰ ਆਉਂਦੀ ਹੈ। ਇਹ ਤਾਂ ਠੀਕ ਹੈ, ਜਿਉਂਦੇ ਜੀ ਬੰਦੇ ਨੂੰ ਰੱਬ ਯਾਦ ਨਹੀਂ ਰਹਿੰਦਾ ਵੀ ਮੈਂ ਹੀ ਹੈ ਜੋ ਕੁਝ ਹਾਂ। ਦੂਸਰਿਆਂ ਨੂੰ ਦੁੱਖ ਦੇ ਕੇ ਖੁਸ਼ ਹੁੰਦਾ। ਕਈ ਵਾਰ ਵੇਖਦੇ ਆ ਨਾ, ਕਿਸੇ ਦਾ ਨੁਕਸਾਨ ਹੋ ਜੇ ਤੇ ਦੂਸਰੇ ਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਆ ਇਹਦੇ ਨਾਲ ਆ ਵਧੀਆ ਹੋ ਗਿਆ। ਤੇ ਕਬੀਰ ਸਾਹਿਬ ਨੇ ਕੀ ਕਿਹਾ? ਅਜੈ ਸੋ ਨਾਉ ਸਮੁੰਦਰ ਮੈਂ ਕਿਆ ਜਾਨੋ, ਕਿਆ ਹੋਏ ਹਜੇ ਤੇ ਤੇਰੀ ਵੀ ਜੀਵਨ ਦੀ ਬੇੜੀ ਇਸ ਸਮੁੰਦਰ ਦੇ ਵਿੱਚ ਹੈ, ਤੇਰੇ ਨਾਲ ਪਤਾ ਨਹੀਂ ਕੀ ਕੁਝ ਹੋਣਾ। ਦੂਜਿਆਂ 'ਤੇ ਹੱਸਣ ਵਾਲਿਆ, ਭਾਵੇਂ ਉਹ ਕਿੰਨਾ ਹੀ ਪਾਪੀ ਪੁਰਖ ਹੈ ਜਿਹਦੇ ਉੱਤੇ ਤੂੰ ਹੱਸਦਾ ਹੈ, ਅਤੇ ਆਖਰ ਗਲਤ ਕਰਮ ਤੇ ਤੇਰਾ ਵੀ ਹੈ। ਕਿਸੇ ਨੂੰ ਦੁੱਖ ਦੇ ਕੇ ਸੁੱਖਾਂ ਦੀ ਭਾਲ ਕਰਨੀ, ਇਹ ਗੁਰੂ ਸਾਹਿਬ ਕਹਿੰਦੇ ਮੂਰਖਤਾ ਹੈ। ਜਿਹਾ ਬੀਜਾ ਸੋ ਲੂਣਾ, ਜੋ ਕਿਸੇ ਨੂੰ ਦਿੱਤਾ ਉਹ ਲੈਣਾ, ਪਰਤ ਕੇ ਤੇਰੀ ਝੋਲੀ ਵਿੱਚ ਆਉਣਾ। ਜੇ ਸੁੱਖ ਵੰਡੇ ਨੇ ਤੇ ਸੁੱਖ ਆਉਣੇ ਨੇ, ਜੇ ਦੁੱਖ ਵੰਡੇ ਨੇ ਸੱਜਣਾ ਤੇ ਝੋਲੀ ਉਹਦੇ ਵਾਸਤੇ ਵੀ ਤਿਆਰ ਰੱਖੀ, ਦੁੱਖ ਵੀ ਆਉਣਗੇ। ਤੇ ਕਿਸੇ ਸਾਧੂ ਸੰਤ ਮਹਾਤਮਾ ਦੀ ਸੇਵਾ ਕਰਕੇ, ਪੁੰਨ ਦਾਨ ਕਰਕੇ ਆਪਣੇ ਜੀਵਨ ਦੇ ਇਹਨਾਂ ਪਾਪਾਂ ਨੂੰ ਮਿਟਾ ਲੈ। ਗੁਰਬਾਣੀ ਪੜ੍ਹ ਕੇ, ਗੁਰ ਸ਼ਬਦ ਦੇ ਲੜ ਲੱਗ ਕੇ, ਗੁਰੂ ਵਾਲਾ ਬਣ ਕੇ, ਅੰਮ੍ਰਿਤ ਛਕ ਕੇ ਆਪਣੇ ਜੀਵਨ ਦੇ ਵਿੱਚ ਕੀਤੇ ਖੋਟੇ ਕਰਮਾਂ ਦੀ ਬਖਸ਼ੀਸ਼ ਕਰਵਾ ਲੈ। ਅਤੇ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਨਾ, ਉਦੋਂ ਅਰਦਾਸ ਕਰਦੇ ਆ ਪੰਜ ਪਿਆਰੇ ਸੱਚੇ ਪਾਤਸ਼ਾਹ, ਅੱਜ ਇਹ ਨਵੀਂ ਜ਼ਿੰਦਗੀ ਦੇ ਵਿੱਚ ਆਪਣਾ ਪੈਰ ਧਰਨ ਲੱਗੇ ਨੇ, ਕਿਰਪਾ ਕਰਿਓ, ਇਹਨਾਂ ਨੂੰ ਆਪਣੇ ਚਰਣੀ ਲਾ ਲਿਓ, ਭਾਵ ਇਹਨਾਂ ਨੂੰ ਆਪਣੀ ਮਤ ਬੁੱਧ ਬਖਸ਼ ਦਿਓ, ਰਹਿਤ ਮਰਿਆਦਾ ਵਿੱਚ ਆਪਣਾ ਜੀਵਨ ਜਿਉਣ, ਨਾ ਇਹਨਾਂ ਦੇ ਕੰਨ ਕਿਸੇ ਦਾ ਬੁਰਾ ਸੁਣਨ ਅਤੇ ਨਾ ਇਹ ਜ਼ਬਾਨ ਕਿਸੇ ਦਾ ਬੁਰਾ ਕਰੇ। ਪਰ ਸੰਗਤ ਜੀ ਫੇਰ ਉਹੀ ਗੱਲ ਆ ਜਾਂਦੀ ਹੈ, ਅਸੀਂ ਤਾਂ ਉੱਥੋਂ ਅੰਦਰੋਂ ਬਾਹਰ ਆਏ ਨਿਕਲਦੇ ਹਾਂ ਜਿਵੇਂ ਕੋਈ ਕੈਦੀ ਛੁੱਟਿਆ ਹੁੰਦਾ। ਗੱਲ ਤੇ 2.5-3 ਘੰਟੇ ਲੱਗ ਜਾਂਦੇ ਆ ਅੰਮ੍ਰਿਤ ਛਕਣ ਦੇ। ਕਿੱਥੇ ਤੇ ਪ੍ਰੇਮ ਭਾਵਨਾ ਦੇ ਨਾਲ ਬੰਦੇ ਨੇ ਉੱਥੋਂ ਸੁਣੀਆਂ ਸੁਣਾਈਆਂ ਦੇ ਉੱਪਰ ਅਮਲ ਕਰਨਾ। ਮੈਨੂੰ ਕੀ ਸਮਝਾਇਆ ਸੀ, ਕੀ ਮੈਂ ਕਰਨਾ, ਅਤੇ ਪਰ ਬੰਦਾ ਉੱਥੋਂ ਨਿਕਲਦਾ ਹੀ ਇਸ ਤਰ੍ਹਾਂ ਵੀ ਪਤਾ ਨਹੀਂ ਕਿੱਡੀ ਕੁ ਤਕੜੀ ਜੇਲ੍ਹ ਹੋ ਗਈ ਸੀ, ਮਸਾਂ ਨਿਕਲਿਆ। ਫਿਰ ਆਉਂਦਿਆਂ ਹੀ ਖਰੀਦਦਾਰੀ 'ਤੇ ਲੱਗ ਜਾਂਦਾ। ਇਹ ਵੀ ਭੁੱਲ ਜਾਂਦਾ ਵੀ ਮੈਂ ਅੰਮ੍ਰਿਤਧਾਰੀ ਹੋ ਗਿਆ, ਸਿੰਘ ਬਣ ਗਿਆ,
ਤੇ ਮੈਂ ਹੁਣ ਕੋਈ 50 ਰੁਪਈਆਂ ਦੀ ਦੇਗ ਤੇ ਕਰਵਾ ਦਿਆਂ। ਤਾਂ ਸੰਗਤ ਜੀ ਰਹੋ ਵਿਚਾਰ, ਇਹ ਪ੍ਰਾਣ ਉਸ ਪਰਮਾਤਮਾ ਦੀ ਦਿੱਤੀ ਹੋਈ ਦਾਤ ਨੇ, ਤੇ ਉਹ ਪਰਮਾਤਮਾ ਇਹ ਦਾਤ ਨੂੰ ਕਦੋਂ ਵੀ ਲੈ ਸਕਦਾ ਹੈ। ਇਸ ਕਰਕੇ ਉਸ ਪਰਮਾਤਮਾ ਨੇ ਸਮਾਂ ਬਖਸ਼ਿਆ, ਤੇ ਸਮੇਂ ਸਿਰ ਜਾਗ, ਸਮੇਂ ਦੇ ਮਾਲਕ ਨੂੰ ਸਿਮਰ ਕੇ ਆਪਣਾ ਸਮਾਂ ਸਫਲਾ ਕਰ ਲੈ। ਬਿਸਰ ਨਾਹੀ ਨਿਮਖ ਹੀਰੇ ਤੇ, ਆਪਣੇ ਭਗਤ ਕੋ ਪੂਰਨ ਦਾਨ। हे ਪਰਮ ਪਿਤਾ ਪਰਮਾਤਮਾ, ਆਪ ਜੀ ਦੇ ਚਰਨਾਂ ਵਿੱਚ ਜੋਦੜੀ ਹੈ, ਵਿਸਰ ਨਾ ਜਾਈ। ਇੱਕ ਨਿਮਖ ਵੀ ਐਸਾ ਸਮਾਂ ਨਾ ਆਵੇ ਸੱਚੇ ਪਾਤਸ਼ਾਹ ਜਦੋਂ ਮੈਂ ਤੁਹਾਡੀ ਯਾਦ ਤੋਂ ਬਿਨਾਂ ਆਪਣਾ ਜੀਵਨ ਜਿਉਵਾਂ। ਤੁਹਾਡੀ ਯਾਦ ਤੋਂ ਬਿਨਾਂ ਜਿਉਣ ਤੋਂ ਭਾਵ ਇਹ ਹੈ, ਮੇਰੇ ਘਰ ਵਿੱਚ ਦੁੱਖ ਹੋਵੇ ਤੇ ਮੈਂ ਆਪ ਜੀ ਦੇ ਅੱਗੇ ਅਰਦਾਸ ਕਰਾਂ, ਸੁੱਖ ਹੋਵੇ ਤੇ ਮੈਂ ਆਪ ਜੀ ਦਾ ਸ਼ੁਕਰਾਨਾ ਕਰਾਂ, ਅਰਦਾਸ ਕਰਾਂ। ਤੇ ਦਾਤਾ ਹਰ ਵੇਲੇ ਸਿਮਰਨ ਸ਼ਾਮ ਸਵੇਰਾ ਮੇਰਾ ਨਿਤਨੇਮ ਦੇ ਨਾਲ ਲੰਘੇ। ਤੇ ਜੇ ਮੈਂ ਨਿਤਨੇਮੀ ਨਹੀਂ ਤਾਂ ਸਤਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਮੇਰਾ ਸਮਾਂ ਬਤੀਤ ਹੋਵੇ। ਤਾਂ ਗੁਰੂ ਸਾਹਿਬ ਕਹਿੰਦੇ ਨੇ ਬਿਸਰ ਨਹੀਂ ਨਿਮਖ ਹੀਰੇ। ਹੀਰੇ ਭਾਵ ਹਿਰਦੇ ਦੇ ਵਿੱਚੋਂ, ਨਿਮਖ ਅੱਖ ਝਪਕਣ ਜਿਤਨਾ ਸਮਾਂ ਵੀ ਮੇਰੀ ਜ਼ਿੰਦਗੀ ਦੇ ਵਿੱਚੋਂ ਆਪ ਜੀ ਦਾ ਨਾਮ ਨਾ ਵਿਸਰੇ। ਤੇ ਆਪਣੇ ਭਗਤ ਕੋ ਪੂਰਨ ਦਾਨ, ਬਸ ਇਹੀ ਮੇਰੇ ਵਾਸਤੇ ਸਭ ਤੋਂ ਵੱਡਾ ਦਾਨ ਹੈ। ਇਹੋ ਮੈਂ ਦਾਨ ਮੰਗਦਾ, ਬਖਸ਼ੋ ਜੀ ਆਪਣੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸਾਰਿਆਂ ਦਾਨਾਂ ਤੋਂ ਸ਼੍ਰੋਮਣੀ ਦਾਨ ਹੈ ਜਿਹੜਾ, ਉਹ ਨਾਮ ਦਾ ਦਾਨ ਹੈ। ਸੱਚੇ ਪਾਤਸ਼ਾਹ ਮੈਨੂੰ ਨਾਮ ਦਾ ਦਾਨ ਬਖਸ਼ ਦਿਓ। ਤਾਂ ਸਤਿਗੁਰੂ ਜੀ ਇੱਥੇ ਕਹਿੰਦੇ ਨੇ ਮੇਰੇ ਵਾਸਤੇ ਇਹੋ ਹੀ ਸਭ ਤੋਂ ਵੱਡਾ ਦਾਨ ਹੈ, ਤੇ ਆਪਣੇ ਭਗਤ ਨੂੰ, ਆਪਣੇ ਪਿਆਰੇ ਨੂੰ ਇਹ ਦਾਨ ਬਖਸ਼ ਦਿਓ। ਤੇ ਅਸੀਂ ਵੀ ਗੁਰੂ ਚਰਨਾਂ ਦੇ ਵਿੱਚ ਆ ਕਰਕੇ ਪਹਿਲਾਂ ਪਰਮਾਤਮਾ ਦੇ ਅੱਗੇ ਆਪਣੇ ਨਤਮਸਤਕ ਹੋ ਕਰਕੇ, ਡੰਡੌਤ ਕਰਕੇ ਸੰਗਤ ਜੀ ਗੁਰੂ ਸਾਹਿਬ ਤੋਂ ਮੰਗੋ, ਸੱਚੇ ਪਾਤਸ਼ਾਹ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਫਿਰ ਕਹੋ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਤੁਸੀਂ ਡੁੱਬਦੇ ਪੱਥਰ ਪਾਨਾਂ ਨੂੰ ਤਾਰਨ ਵਾਲੇ ਹੋ, ਤੇ ਦਾਤਾਰ ਪਾਤਸ਼ਾਹ ਮੈਂ ਅਲਪੱਗ ਕਿੰਨਾ ਕੁ ਭਾਰੀ ਹੋਵਾਂਗਾ, ਮੈਨੂੰ ਵੀ ਤਾਰ ਦਿਓ, ਮੇਰੇ ਵੀ ਪਾਪਾਂ ਨੂੰ, ਮੇਰੇ ਵੀ ਗੁਨਾਹਾਂ ਨੂੰ ਮਿਟਾ ਦਿਓ। ਤੇ ਫੇਰ ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਮੇਰੇ ਮਨ ਦੀ ਭੁੱਖ ਲੈ ਜਾਏ, ਮੈਨੂੰ ਨਾਮ ਦੀ ਦਾਤ ਬਖਸ਼। ਤਾਂ ਸਤਿਗੁਰੂ ਜੀ ਅੱਗੇ ਸਮਝਾਉਂਦੇ ਹਨ, ਰਹਾਉ ਦਾ ਵਿਸਰਾਮ ਦੇ ਕੇ, ਖੋਬੋ ਭਰਮ ਰਾਖ ਮੇਰੇ ਪ੍ਰੀਤਮਾ, ਅੰਤਰਜਾਮੀ ਸੁਗੜ ਸੁਜਾਨ। हे ਪਰਮ ਪਿਤਾ ਪਰਮਾਤਮਾ ਜੀ ਕਿਰਪਾ ਕਰੋ, ਮੇਰੇ ਜੀਵਨ ਦੇ ਭਰਮ ਭੁਲੇਖੇ, ਮੈਨੂੰ ਹੀ ਮੇਰੀ ਹਉਮੈ ਹੰਕਾਰ ਈਗੋ, ਇਹ ਸਭ ਕੁਝ ਖਤਮ ਹੋ ਜਾਏ। ਆਪ ਜੀ ਦੀ ਬਾਣੀ, ਆਪ ਜੀ ਦੇ ਸਿਮਰਨ, ਆਪ ਜੀ ਦੇ ਸਤ ਸੰਗ ਕਰਨ ਕਰਕੇ ਦਾਤਾਰ ਪਾਤਸ਼ਾਹ ਜਿਹੜੇ ਮੈਂ ਜੀਵਨ ਵਿੱਚ ਐਸੇ ਕਰਮ ਕਰ ਰਿਹਾ, ਜਿਨ੍ਹਾਂ ਕਰਮਾਂ ਕਰਕੇ ਨਾ ਮੇਰਾ ਲੋਕ ਤੇ ਨਾ ਪਰਲੋਕ ਦੋਨੋਂ ਹੀ ਸਫਲ ਨਹੀਂ ਹੁੰਦੇ। ਤੇ ਜਿਵੇਂ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੈ ਦਿਨ ਰਾਤ, ਮੈਂ ਤੇ ਇਸ ਤਰ੍ਹਾਂ ਦਾ ਜੀਵਨ ਜਿਉ ਰਿਹਾ। ਸੱਚੇ ਪਾਤਸ਼ਾਹ ਵੇਖਣ ਵਿੱਚ ਮੈਂ ਮਨੁੱਖ ਹਾਂ, ਤੇ ਕਰਮ ਮੇਰੇ ਪਸ਼ੂਆਂ ਤੋਂ ਵੀ ਮਾੜੇ ਹੈ। ਪਸ਼ੂ ਚੰਗੇ ਨੇ, ਗਿੱਲਾ ਸੁੱਕਾ ਦੇਖ ਕੇ ਵਹਿੰਦੇ ਨੇ, ਖਾਂਦੇ ਪੀਂਦੇ ਅਸੂਲਾਂ ਦੇ ਨਾਲ ਨੇ। ਪਸ਼ੂਆਂ ਦਾ ਚਾਰਾ ਘਾਹ ਹਰਾ ਤੂੜੀ ਇਤਿਆਦਿਕ ਹੈ, ਖੁਸ਼ੀ ਦੇ ਨਾਲ ਖਾ ਲੈਂਦੇ ਹੈ। ਕਦੇ ਪਸ਼ੂ ਦੇ ਸਾਹਮਣੇ ਤੁਸੀਂ ਗਾਂ ਦੇ ਅੱਗੇ ਖੀਰ ਰੱਖ ਦਿਓ, ਮਾਸ ਰੱਖ ਦਿਓ, ਕਦੇ ਨਹੀਂ ਖਾਏਗੀ। ਉਹਦਾ ਅਸੂਲ ਹੈ, ਘਾਹ ਖਾਣਾ ਉਹਨੇ। ਤੇ ਧੰਨ ਹੈ ਅਸੀਂ ਜਿਹੜੇ ਛੱਡਦੇ ਹੀ ਕੁਛ ਨਹੀਂ। ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ, ਖੋਵੋ ਭਰਮ। ਸੱਚੇ ਪਾਤਸ਼ਾਹ ਅਸੀਂ ਪਤਾ ਨਹੀਂ ਕਿੰਨੇ ਭਰਮ ਭੁਲੇਖੇ ਪਾਲੇ ਹੋਏ ਹੈ।
ਇਹ ਬ੍ਰਾਹਮਣਵਾਦੀ ਤਾਂ ਇਹਨਾਂ ਦੀ ਸੋਚ ਸੀ, ਹਿੰਦੂਆਂ ਦੀ, ਇਹਨਾਂ ਦਾ ਕਰਮ ਸੀ। ਕੋਈ ਘਰ ਵਿੱਚ ਪ੍ਰਾਣੀ ਚੜ੍ਹਾਈ ਕਰ ਗਿਆ, ਪਾਣੀ ਡੋਲਣਾ, ਪਿੰਡ ਭਰਾਉਣੇ, ਪੇੜੇ ਜੇ ਬਣਾਉਣੇ, 4 ਛਪੇਰੇ ਰੱਖਣੇ, ਘੜੀ ਭੰਨਣੀ ਤੇ ਆਦਿਕ। ਪਰ ਇਹ ਸਾਡੇ ਸਿੱਖਾਂ ਨੇ ਵੀ ਨਹੀਂ ਛੱਡਿਆ। ਤੇ ਜੇ ਕੋਈ ਗੱਲ ਛਡਾਉਣ ਦੀ ਕਰੇ ਵੀ ਇਹ ਭਾਈ ਆਪਣੇ ਗੁਰਮਤਿ ਵਿੱਚ ਨਹੀਂ ਆਉਂਦਾ, ਤੇ ਅੱਗੋਂ ਪਤਾ ਕੀ ਹੁੰਦਾ, ਇਹ ਬਾਬੇ ਨੂੰ ਤੇ ਪਤਾ ਹੀ ਨਹੀਂ ਕਾਸੇ ਦਾ, ਪਤਾ ਹੀ ਨਹੀਂ ਇਹਨੂੰ। ਜੇ ਬਾਬਾ ਅੱਗੇ ਲੱਗ ਪਵੇ ਵੀ ਹਾਂ ਆ ਜਾਓ ਪਾਣੀ ਢਲਾਵਾਂ ਭਾਈ, ਮੈਂ ਤੁਹਾਡਾ ਪਿੰਡ ਭਰਾ ਦਿਆਂ, ਤੇ ਫਿਰ ਕਹਿਣਗੇ ਹਾਂ ਬਾਬੇ ਨੂੰ ਬੜਾ ਗਿਆਨ ਹੈ, ਬੜਾ ਚੰਗਾ ਹੈ। ਭਾਵ ਜਿਹੜਾ ਸਾਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਵੇ, ਸਾਨੂੰ ਪੰਚਕਾਂ ਬਾਬਤ ਡਰਾਵੇ, ਗੰਢ ਮੂਲ ਬਾਬਤ ਡਰਾਵੇ, ਉਹ ਬਾਬਾ ਵੀ ਚੰਗਾ। ਤੇ ਸੰਗਤ ਜੀ ਅੱਜ ਉਹ ਸਮਾਂ ਨਹੀਂ ਰਹਿ ਗਿਆ। ਹਰ ਕਿਸੇ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਗਿਆਨ ਦਿੱਤਾ ਹੈ, ਪੜ੍ਹਾਈ ਲਿਖਾਈ ਦਾ ਜ਼ਮਾਨਾ ਯੁੱਗ ਬਦਲ ਗਿਆ। ਤੇ ਇਹਨਾਂ ਵਹਿਮਾਂ ਭਰਮਾਂ ਕਰਮ ਕਾਂਡਾਂ ਦਾ ਖਹਿੜਾ ਛੱਡ ਦਈਏ। ਇਹ ਜਿਹੜੇ ਕਰਮ ਸੀ ਨਾ, ਇਹਨਾਂ ਦੇ ਪਿੱਛੇ ਕੁਝ ਕੁ ਲੌਜਿਕ ਸੀ। ਮੇਰੇ ਵਰਗਿਆਂ ਦੇ ਕਰਮ ਸੀ ਇਹ ਠੱਗੀ ਠੋਰੀ ਵਾਲੇ। ਬ੍ਰਾਹਮਣ ਨੇ ਕੀ ਕਰਨਾ, ਆਓ ਭਾਈ ਪਿੰਡ ਭਰਾਉਣੇ ਆ, ਨਹੀਂ ਤੇ ਤੁਹਾਡੇ ਘਰ ਵਿੱਚ ਆਤਮਾ ਭਟਕਦੀ ਰਹੇਗੀ। ਤੇ ਜਦੋਂ ਇਹ ਗੱਲ ਹੋਈ, ਸਾਨੂੰ ਡਰ ਲੱਗਿਆ ਵੀ ਹਾਂ ਵਾਕਈ ਆਤਮਾ ਇੱਥੇ ਰਹਿ ਗਈ, ਫਿਰ ਕੀ ਕਰਾਂਗੇ। ਇਹ ਪ੍ਰੇਤ ਬਣ ਕੇ, ਭੂਤ ਬਣ ਕੇ ਸਾਨੂੰ ਡਰਾਏ। ਤੇ ਬ੍ਰਾਹਮਣ ਨੇ ਆਪਣੇ ਦਿਮਾਗ ਨੂੰ ਵਰਤਿਆ, ਕਹਿਣ ਲੱਗਾ ਨਹੀਂ ਇੱਥੇ ਰਹਿਣ ਨਹੀਂ ਦੇਣੀ, ਤੁਸੀਂ 7 ਕੰਨਿਆ ਸੱਦੋ ਤੇ ਆਪਾਂ ਹੁਣੇ ਉਪਾਅ ਕਰ ਦਿੰਦੇ ਹਾਂ। ਤਾਂ ਸੰਗਤ ਜੀ ਫਿਰ ਉਹ ਕਰਾਉਣ ਵੇਲੇ ਕੀ ਹੁੰਦਾ, ਇੱਕ ਕੁੱਜੀ ਦੇ ਨਾਲ ਸਮੇਂ ਦੇ ਹਿਸਾਬ ਨਾਲ 1 ਕੌਡੀ 1 ਕੁੱਜੀ ਤੇ, ਉਹ ਕੌਡੀ ਕਿਹਨੇ ਚੱਕਣੀ, ਬ੍ਰਾਹਮਣ ਨੇ। ਫਿਰ ਜ਼ਮਾਨਾ ਬਦਲ ਗਿਆ, 21 ਦੁੱਕੀ ਵਾਲਾ ਆ ਗਿਆ, 25 52 ਵਾਲਾ ਆ ਗਿਆ, ਫਿਰ 21 ਦੁੱਕੇ ਵਾਲਾ ਆ ਗਿਆ। ਜਿਵੇਂ ਜਿਵੇਂ ਜ਼ਮਾਨਾ ਬਦਲਿਆ ਉਵੇਂ ਉਵੇਂ ਇਨਕਮ ਵਧਣੀ ਸ਼ੁਰੂ ਹੋ ਗਈ। ਇੱਕ ਗੱਲ ਹੋਰ ਚੇਤੇ ਵਿੱਚ ਰੱਖਿਓ, ਜਦੋਂ ਅਸੀਂ ਫੁੱਲ ਪਾਉਣ ਜਾਂਦੇ ਹਾਂ ਤੇ ਉਦੋਂ ਕੀ ਕਿਹਾ ਜਾਂਦਾ ਹੈ, ਆਹ ਲੈ ਬਾਪੂ ਤੇਰਾ ਭਾੜਾ, ਉੱਥੇ 1-2 ਰੁਪਏ ਸੁੱਟ ਦਿੱਤੇ ਜਾਂਦੇ ਨੇ। ਹੁਣ ਕਰਮਾਂ ਵਾਲਿਓ, ਬਾਪੂ ਨੇ ਉੱਥੇ ਕਿਹੜਾ ਭਾੜਾ ਚੱਕਣਾ। ਉਹ ਵੀ ਸਮਾਂ ਇਹ ਸੀ ਪੰਡਤ ਦੇ ਕਹੇ ਮੁਤਾਬਕ ਵੀ ਭਾਈ ਇੱਕ ਸੀਟ ਥੋੜ੍ਹੀ ਬੈਠਣ ਨੂੰ ਜਗ੍ਹਾ ਖੁੱਲ੍ਹੀ ਮਿਲ ਜੂ, ਮੇਰੇ ਨਾਲ ਦੀ ਸੀਟ ਹੀ ਹੋਵੇ, ਬੈਠਣ ਨੂੰ ਦੂਰ ਦੀ ਬਾਟ ਹੈ, ਕਿਤੇ ਹਰਿਦੁਆਰ ਨੇੜੇ ਥੋੜ੍ਹਾ ਹੀ ਹੈ, ਔਖਾ ਹੋ ਜੂ ਭੀੜ ਭੜੱਕੇ ਵਿੱਚ। ਇਸ ਤਰ੍ਹਾਂ ਦੇ ਢੰਗ ਵੰਗ ਕਰਵਾ ਕੇ ਉਹ ਜਿਹੜਾ ਡੇਗਿਆ ਹੋਇਆ ਸਿੱਕਾ ਰੁਪਈਆ ਉਹ ਵੀ ਬ੍ਰਾਹਮਣ ਨੇ ਚੱਕ ਲੈਣਾ। ਫਿਰ ਗਾਹਾਂ ਹੋਰ ਪੁੰਨਦਾਨ ਕਰਾਉਣੇ। ਇਸ ਤਰ੍ਹਾਂ ਸਾਨੂੰ ਅਗਿਆਨਤਾ ਸੀ ਤੇ ਉਹ ਆਪਣੇ ਦਿਮਾਗ ਦੇ ਨਾਲ, ਚਤੁਰਾਈ ਦੇ ਨਾਲ ਸਾਨੂੰ ਡਰਾਵੇ ਤੇ ਛਲਾਵਿਆਂ ਦੇ ਨਾਲ ਲੁੱਟਦੇ ਰਹਿੰਦੇ। ਇਹ ਤੁਸੀਂ ਪੁਸਤਕਾਂ ਪੜ੍ਹੋ, ਗੁਰਬਾਣੀ ਨੂੰ ਪੜ੍ਹੋ, ਇਹਦੇ ਵਿੱਚੋਂ ਸਾਰੀਆਂ ਚੀਜ਼ਾਂ ਦੀ ਸਮਝ ਆਉਂਦੀ ਹੈ ਵੀ ਇਹ ਤੇ ਵਾਕਈ ਅਸੀਂ ਅੱਜ ਤੱਕ ਜੀਵਨ ਦੇ ਵਿੱਚ ਗਲਤ ਰਾਹ ਚੁਣੀ ਰੱਖਿਆ। ਸਿੱਖਾਂ ਦਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸਿੱਧਾ ਹੀ ਹੈ, ਜੇਕਰ ਅਦਬ ਦੇ ਨਾਲ ਘਰੇ ਖੜ ਸਕਦੇ ਹੋ ਤੇ ਅਰਦਾਸ ਕਰਵਾਓ, ਜੇ ਰੋਣਾ ਧੋਣਾ ਘਰੇ ਅਰਦਾਸ ਵੀ ਨਾ ਕਰਵਾਓ। ਸ਼ਮਸ਼ਾਨ ਭੂਮੀ ਵਿੱਚ ਅੰਗੀਠੇ ਤੋਂ ਪਹਿਲਾਂ ਅਰਦਾਸ, ਅੰਗੀਠੇ ਨੂੰ ਅਗਨ ਭੇਣ ਲੱਗਣ ਤੋਂ ਬਾਅਦ ਅਰਦਾਸ, ਤੇ ਉਸ ਤੋਂ ਬਾਅਦ ਗੁਰੂ ਘਰ ਆ ਕੇ ਅਲਾਣੀਆਂ ਦਾ ਜਾਪ ਕਰਵਾਵੇ। ਹੋ ਸਕੇ ਤੇ ਉਸੇ ਸਮੇਂ ਪਾਠ ਪ੍ਰਕਾਸ਼ ਕਰਾ ਦਿਓ, ਤੇ ਨਹੀਂ ਫਿਰ ਸਮੇਂ ਸਿਰ ਪਾਠ ਪ੍ਰਕਾਸ਼ ਕਰਾ ਕੇ ਤੇ ਆਪਣੇ ਉਸ 10ਵੇਂ ਨੂੰ ਮਨਾਓ। ਪਰ ਸੰਗਤ ਜੀ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲਣਾ ਹੈ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਅਸੀਂ ਇੱਥੇ ਲੈਣ ਕੀ ਆਉਂਦੇ ਹਾਂ ਵੀ ਸਾਨੂੰ ਸੋਝੀ ਗਿਆਨ ਗੁਰੂ ਦੀ ਗੁਰਬਾਣੀ 'ਚੋਂ ਮਿਲੇ, ਇਸ ਵਾਸਤੇ ਇੱਥੇ ਇਕੱਤਰ ਹੁੰਦੇ ਆ। ਤੇ ਹੁਣ ਬਹੁਤੇ ਮੇਰੇ ਵਰਗਿਆਂ ਦੀ ਨਿਗਾਹ ਹੀ ਔਗਣਾ ਤੇ ਹੁੰਦੀ ਹੈ ਵੀ ਆਹ ਗੱਲ ਪਕੜਨ ਵਾਲੀ ਹੈ। ਜੇ 100 ਗੱਲਾਂ ਨੇ, 99 ਗੱਲਾਂ ਚੰਗੀਆਂ ਤੇ ਇੱਕ ਅੱਧੀ ਉਰਾਂ ਪਰਾਂ ਦੀ ਲੰਘ ਗਈ ਨਾ, ਉਸ ਗੱਲ ਨੂੰ ਪਕੜਿਆ ਜਾਂਦਾ ਵੀ ਆਹ ਗੱਲ ਦੇ ਵਿੱਚ ਪਕੜੀਏ, ਇੱਥੇ ਮਾਰ ਖਾਊਏ ਬੰਦਾ। ਬਹੁਤੇ ਬੰਦੇ ਤੇ ਔਗਣ ਦੇਖਣ ਆਉਂਦੇ ਆ, ਗੁਣਾਂ ਨੂੰ ਨਹੀਂ ਵੇਖਦੇ। ਗੁਣਾ ਕਾ ਹੋਵੇ ਵਾਂਸੁਲਾ ਕੱਢ, ਵਾਸ ਲਈਦਾ। ਜੇ ਕੋਈ ਉਰਾਂ ਪਰਾਂ ਦੀ ਭਾਈ ਇੱਕ ਅੱਧੀ ਭੁੱਲ ਚੁੱਕਦੀ ਹੋ ਵੀ ਜਾਂਦੀ ਹੈ ਤਾਂ ਮਾਫ ਵੀ ਕਰ ਦਿਆ ਕਰੋ, ਬਖਸ਼ ਵੀ ਦਿਆ ਕਰੋ, ਕਿਉਂ ਸੰਗਤ ਗੁਰੂ ਰੂਪ ਹੈ। ਤੇ ਕੋਈ ਐਡੇ ਅਸੀਂ ਰੱਬ ਖੁਦਾ ਤੇ ਹੈ ਨਹੀਂ ਵੀ ਜੋ ਬੋਲਿਆ ਉਹ ਪਾਰ ਹੈ। ਤਾਂ ਉਹ ਵਿਚਾਰ ਸਤਿਗੁਰੂ ਜੀ ਅੱਗੇ ਕਹਿੰਦੇ ਨੇ, ਖੋਵੋ ਭਰਮ, ਗੁਰਬਾਣੀ ਨੂੰ ਪੜ੍ਹ ਕੇ ਖੋਣੇ ਤੇ ਭਰਮ ਸੀ। ਖੋਵੋ ਭਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ, ਸੁਗੜ ਸੁਜਾਨ ਕਿਰਪਾ ਕਰਕੇ ਹੈ ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ।
ਤੂੰ ਬੜਾ ਬੇਅੰਤ ਹੈ ਦਾਤਾ, ਇਹਨਾਂ ਵਹਿਮਾਂ ਭਰਮਾਂ ਦਾ ਨਾਸ਼ ਕਰ ਦੇ। ਐਸਾ ਬਾਣ ਚਲਾ ਇਹ ਵਹਿਮ ਭਰਮ ਮਿਟ ਜਾਣ। ਅਸੀਂ ਗੁਰਬਾਣੀ ਨਿਰੋਲ ਸੁਣੀਏ ਤੇ ਪੜ੍ਹੀਏ ਤੇ ਜੀਵਨ ਦੇ ਵਿੱਚ ਗੁਰਬਾਣੀ ਨੂੰ ਥਾਂ ਦੇ ਕੇ ਆਪਣੇ ਜੀਵਨ ਨੂੰ ਸਵਾਰ ਲਈਏ। ਤੇ ਮੈਂ ਇਹ ਵੀ ਕਹਾਂਗਾ, ਜਿਨ੍ਹਾਂ ਘਰਾਂ ਵਿੱਚ ਗੁਰਬਾਣੀ ਦਾ ਜਾਪ ਹੁੰਦਾ ਉਹਨਾਂ ਦੇ ਘਰਾਂ ਵਿੱਚ ਕੋਈ ਥੋੜ ਵੀ ਨਹੀਂ, ਉਹਨਾਂ ਘਰਾਂ ਵਿੱਚ ਫਿਰ ਕਲ ਕਲੇਸ਼ ਵੀ ਨਹੀਂ ਪੈਂਦਾ, ਜਿੱਥੇ ਸਾਰੇ ਗੁਰਬਾਣੀ ਪੜ੍ਹ ਕੇ ਮੰਨਦੇ ਨੇ। ਤਾਂ ਗੁਰੂ ਸਾਹਿਬ ਫਿਰ ਅੱਗੇ ਸਮਝਾਉਂਦੇ ਹਨ, ਅੰਤਰਜਾਮੀ ਸੁਗੜ ਸੁਜਾਨ, ਕੋਟ ਰਾਜ ਨਾਮ ਧਨ ਮੇਰਾ, ਅੰਮ੍ਰਿਤ ਦ੍ਰਿਸ਼ਟ ਧਾਰੋ ਪ੍ਰਭ ਮਾਨ। ਸੱਚੇ ਪਾਤਸ਼ਾਹ ਆਪ ਜੀ ਦੇ ਨਾਮ ਵਿੱਚ ਇੰਨੀਆਂ ਬਰਕਤਾਂ ਨੇ। ਕੋਟ ਰਾਜ, ਕਰੋੜਾਂ ਰਾਜਾਂ ਦਾ ਸੁੱਖ ਮਿਲ ਜਾਂਦਾ ਹੈ, ਕਰੋੜਾਂ ਰਾਜਾਂ ਦਾ ਸੁੱਖ ਮਿਲ ਜਾਂਦਾ ਹੈ। ਨਾਮ ਧਨ, ਮੇਰੇ ਵਾਸਤੇ ਆਪ ਜੀ ਦਾ ਨਾਮ ਹੀ ਧਨ ਹੈ, ਤੇ ਮੇਰੇ ਆਪ ਜੀ ਦਾ ਨਾਮ ਧਨ ਮੇਰੇ ਵਾਸਤੇ ਅੰਮ੍ਰਿਤ ਹੈ। ਦ੍ਰਿਸ਼ਟ ਧਾਰੋ ਪ੍ਰਭ ਮਾਨ, ਆਪਣੀ ਕਿਰਪਾ ਦ੍ਰਿਸ਼ਟੀ ਮੇਰੇ ਤੇ ਬਣਾ ਕਰਕੇ ਮੈਨੂੰ ਮਾਣ ਬਖਸ਼ ਦਿਓ। ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਨਾਲ ਜੋੜ ਲਿਆ ਤੇ ਸਮਝੋ ਨਿਮਾਣੇ ਨੂੰ ਮਾਣ ਮਿਲ ਗਿਆ। ਆਪ ਜੀ ਨੇ ਬਾਣੀ ਪੜ੍ਹਨੀ, ਵਾਹਿਗੁਰੂ ਸਿਮਰਨ ਮੇਰੀ ਜ਼ਬਾਨ ਤੇ ਕਰ ਦਿੱਤਾ, ਤਾਂ ਸਮਝੋ ਨਿਮਾਣੇ ਨੂੰ ਮਾਣ ਮਿਲ ਗਿਆ। ਤੇ ਇਹ ਦਰ ਹੀ ਐਸਾ ਹੈ ਜੀ, ਇੱਥੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ। ਤਾਂ ਗੁਰੂ ਸਾਹਿਬ ਅੱਗੇ ਸਮਝਾਉਂਦੇ ਹਨ, ਆਠ ਪਹਿਰ ਰਸਨਾ ਗੁਣ ਗਾਵੇ, ਜਸ ਪੂਰ ਅਗਾਵੈ ਸਮਰੱਥ ਕਾਨ। 8 ਪਹਿਰ ਭਾਵ ਦਿਨ ਦੇ 4 ਪਹਿਰ ਨੇ ਤੇ 4 ਪਹਿਰ ਰਾਤ ਦੇ ਆ। 8 ਪਹਿਰ ਉਸ ਪਰਮਾਤਮਾ ਦੀ ਯਾਦ ਵਿੱਚ, ਭਾਵ ਅੰਮ੍ਰਿਤ ਵੇਲਾ ਹੋਇਆ ਬਾਣੀ ਨਿਤਨੇਮ ਦੀ ਪੜ੍ਹਨੀ, ਸਿਮਰਨ ਕਰਨਾ, ਸੰਧਿਆ ਵੇਲੇ ਰਹਿਰਾਸ ਸਾਹਿਬ ਦਾ ਪਾਠ ਕਰਨਾ, ਸਿਮਰਨ ਕਰਨਾ, ਸੋਹਿਲਾ ਪੜ੍ਹ ਕੇ ਸੌ ਜਾਣਾ। ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਨੇ ਰਸਨਾ ਗੁਣ ਗਾਵੇ, ਇਸ ਜ਼ਬਾਨ ਦੇ ਨਾਲ ਕਿਸੇ ਦੀ ਨਿੰਦਿਆ ਚੁਗਲੀ ਨਾ ਕਰਨੀ ਤੇ ਚੰਗੇ ਉਸ ਪਰਮਾਤਮਾ ਦੇ ਗੁਣ ਹੀ ਗਾਉਣੇ। ਤਾਂ ਸਤਿਗੁਰੂ ਜੀ ਕਹਿੰਦੇ ਨੇ ਪੂਰਨ ਪੂਰ ਅਗਾਵੇ ਸਮਰੱਥ ਕਾਨ, ਇਹ ਕੰਨਾਂ ਨੂੰ, ਇਹ ਸਰੀਰ ਨੂੰ ਇਹ ਰੱਜ ਆ ਜਾਏ ਤੇ ਉਸ ਪਰਮਾਤਮਾ ਸਮਰੱਥ ਦੇ ਗੁਣ ਗਾਉਣੇ। ਤਾਂ ਸਤਿਗੁਰੂ ਜੀ ਅੱਗੇ ਕਹਿੰਦੇ, ਤੇਰੀ ਸਰਣ ਜੀਵਨ ਕੇ ਦਾਤੇ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਤੂੰ ਜੀਵਾਂ ਦਾ ਦਾਤਾ ਹੈ, ਜਿੰਦ ਦਾ ਮਾਲਕ ਹੈ। ਸਦਾ ਸਦਾ ਨਾਨਕ ਕੁਰਬਾਨ, ਹੇ ਦਾਤਾਰ ਪਾਤਸ਼ਾਹ, ਸਦਾ ਸਦਾ ਭਾਵ ਹਰ ਵੇਲੇ ਆਪ ਜੀ ਦੇ ਨਾਮ ਬਾਣੀ ਤੋਂ, ਨੇਕੀਆਂ ਤੋਂ, ਆਪ ਜੀ ਦੇ ਕੀਤੇ ਉਪਕਾਰਾਂ ਤੋਂ ਸਦਾ ਸਦਾ ਕੁਰਬਾਨ ਹਾਂ। ਆਪ ਜੀ ਪਿੰਗਲ ਪਰਬਤ ਪਾਰ ਪਰੇ, ਖਲ ਚਤਰਵ ਕੀਤਾ, ਪਿੰਗਲਿਆਂ ਨੂੰ ਪਹਾੜ ਚੜ੍ਹਾ ਦਿੰਦੇ ਹੋ। ਤੇ ਸੱਚੇ ਪਾਤਸ਼ਾਹ ਆਪ ਜੀ ਦੀ ਜੇ ਕਿਤੇ ਨਜ਼ਰ ਉਪੱਠੀ ਹੋ ਜਾਏ, ਚੜ੍ਹੇ ਪਹਾੜਾਂ ਤੋਂ, ਉਹਨਾਂ ਨੂੰ ਗਿਰਾ ਵੀ ਦਿੰਦੇ ਹੋ। ਆਪ ਜੀ ਭਿਖਾਰੀਆਂ ਨੂੰ ਰਾਜੇ ਤੇ ਰਾਜਿਆਂ ਨੂੰ ਭਿਖਾਰੀ ਬਣਾ ਦਿੰਦੇ ਹੋ। ਇਸ ਕਰਕੇ ਆਪ ਜੀ ਦੀ ਮਹਿਮਾ ਤੋਂ ਸਦਾ ਸਦਾ ਕੁਰਬਾਨ। ਸੋ ਇਹ ਗੁਰ ਇਤਿਹਾਸ ਦੀ ਵਿਚਾਰ ਤੋਂ ਬਾਅਦ ਸ੍ਰੀ ਹੁਕਮਨਾਮਾ ਸਾਹਿਬ ਦੀ ਵਿਚਾਰ, ਜਿਤਨੀ ਕਮਤ ਬੁੱਧ ਗੁਰੂ ਸਾਹਿਬ ਨੇ ਬਖਸ਼ੀ, ਉਹਦੇ ਮੁਤਾਬਕ ਆਪਾਂ ਗੁਰੂ ਕੀ ਯਾਦ ਵਿੱਚ ਸਮਾਂ ਬਿਤਾਇਆ। ਗੁਰੂ ਚਰਨਾਂ ਵਿੱਚ ਅਰਦਾਸ ਹੈ ਆਪ ਸਭ ਸੰਗਤਾਂ ਦਾ, ਤੇ ਦਾਸ ਦਾ ਇਹ ਕੀਤਾ ਉਪਰਾਲਾ ਸਫਲਾ ਹੋਵੇ। ਆਪ ਜੀ ਕਾ ਬਿਤਾਇਆ ਸਮਾਂ ਸਫਲਾ ਹੋਵੇ। ਨੇਮ ਅਨੁਸਾਰ ਆਪਣੇ ਬੱਚਿਆਂ ਸਮੇਤ ਕੋਸ਼ਿਸ਼ ਕਰਿਆ ਕਰੋ ਗੁਰੂ ਘਰ ਪਹੁੰਚ ਕੇ ਕੁਝ ਸਮਾਂ ਗੁਰੂ ਦੇ ਲੇਖੇ ਲਾ ਲਈਏ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਪਤਾ ਨਹੀਂ ਕਿੰਨੇ ਜਨਮਾਂ ਦਾ ਵਿਛੋੜਾ ਪਿਆ ਹੋਇਆ, ਤੇ ਇਹ ਜਨਮ ਆਪ ਜੀ ਦੇ ਲੇਖੇ ਵਿੱਚ ਲੱਗ ਜਾਏ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਸੰਗਤ ਅਤੇ ਗੁਰੂ, ਗੁਰੂ ਅਤੇ ਸੰਗਤ ਬਖਸ਼ਣ ਜੋਗ। ਧਰੋ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਤੇ ਕਰੋ ਮੁਬਾਰਕ ਰਸਨਾ ਪਵਿੱਤਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਪੋ ਜੀ ਸਾਰੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਗੁਰੂ ਵਾਹਿਗੁਰੂ ਵਾਹਿਗੁਰੂ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ ਪਰਣ ਬਤ ਨਾ